Hi students, how are you? I hope you all are doing well. Students, in today's session we will continue with the remaining part of the chapter, The Homecoming. In the previous two sessions, we have read a part of this chapter and ਅੱਜ ਦੇ ਇਸ ਸੈਸ਼ਨ ਵਿੱਚ ਜਿਹੜਾ ਰਿਮੇਨਿੰਗ ਪਾਰਟ ਹੈ ਉਸ ਬਾਰੇ ਅਸੀਂ ਚਰਚਾ ਕਰਾਂਗੇ ਠੀਕ ਹੈ ਬੱਚੇ ਬਟ ਬਿਫੋਰ ਪ੍ਰੋਸੀਡਿੰਗ I would like to ask you, have you come to know about the teenage? Teenage ਕੀ ਹੁੰਦੀ ਹੈ ਤੁਸੀਂ ਮੈਨੂੰ ਦੱਸਣਾ ਚਾਹੋਗੇ ਬੱਚੇ ਚਲੋ ਮੈਂ ਹੀ ਤੁਹਾਨੂੰ ਦੱਸਣੀ ਹੈ ਬੱਚੇ Teenage is the time when one is considered neither a kid nor grown up. ਤੇ ਬੇਟੇ ਤੁਸੀਂ ਕਹਿ ਸਕਦੇ ਹੈਗੇ ਹੋ ਕਿ 13 ਤੋਂ ਲੈ ਕੇ 18 ਸਾਲ ਦੀ ਜਿਹੜੀ ਉਮਰ ਹੁੰਦੀ ਹੈ ਜਿਹਦੇ ਵਿੱਚ ਬੱਚੇ ਨੂੰ ਨਾ ਬੱਚਾ ਸਮਝਿਆ ਜਾਂਦਾ ਹੈ ਨਾ ਹੀ ਉਸ ਨੂੰ ਵੱਡਾ ਸਮਝਿਆ ਜਾਂਦਾ ਹੈ ਉਸ ਏਜ ਨੂੰ ਅਸੀਂ ਕੀ ਕਹਿੰਦੇ ਆ ਟੀਨੇਜ ਕਹਿੰਦੇ ਆ ਹੈ ਨਾ They are scolded when they behave like small children, but at the same time they don't have a say in elders' talks. ਤੇ ਜਦੋਂ ਉਹ ਬੱਚਾ ਵਿਚਾਰਾ ਬੱਚਿਆਂ ਵਰਗੀ ਹਰਕਤਾਂ ਕਰਦਾ ਤੇ ਅਸੀਂ ਉਸ ਨੂੰ ਡਾਂਟਦੇ ਹਾਂ ਕਿ ਤੂੰ ਹੁਣ ਬੱਚਾ ਨਹੀਂ ਰਿਹਾ ਬਟ ਜਦੋਂ ਉਹ ਸਿਆਣਿਆਂ ਵਾਲੀ ਗੱਲ ਕਰਨ ਦੀ ਕੋਸ਼ਿਸ਼ ਕਰਦਾ ਤੇ ਉੱਥੋਂ ਵੀ ਵਿਚਾਰਾ ਝਿੜਕਾ ਖਾਂਦਾ ਸਾਰੇ ਉਹਨੂੰ ਕਹਿੰਦੇ ਆ ਕਿ ਤੂੰ ਇੰਨਾ ਦਾਦਾ ਬਣਨ ਦੀ ਕੋਸ਼ਿਸ਼ ਨਾ ਕਰ They crave for recognition and love but get none. ਠੀਕ ਹੈ ਉਹਨਾਂ ਦਾ ਵੀ ਦਿਲ ਕਰਦਾ ਹੈ ਕਿ ਉਹਨਾਂ ਨੂੰ ਕੋਈ ਰੈਕਗਨਾਈਜ਼ ਕਰੇ ਉਹਨਾਂ ਨੂੰ ਕੋਈ ਪਿਆਰ ਕਰੇ ਬਟ ਉਹ ਵਿਚਾਰੇ ਇਸ ਮਾਮਲੇ 'ਚ ਢਿੱਲਾ ਹੀ ਰਹਿੰਦਾ ਉਹਨਾਂ ਦਾ ਹੱਥ The constant scolding makes them like a stray dog that has lost its master. ਠੀਕ ਹੈ ਤੇ ਬਹੁਤ ਝਿੜਕਾਂ ਪੈਂਦੀਆਂ ਤੇ ਝਿੜਕਾਂ ਪੈਣ ਨਾਲ ਬੱਚਾ ਐਦਾਂ ਹੋ ਜਾਂਦਾ ਜਿੱਦਾਂ ਗਲੀ ਦਾ ਕੁੱਤਾ ਹੋਵੇ ਜਿਸ ਦਾ ਕੋਈ ਮਾਲਿਕ ਨਹੀਂ ਹੁੰਦਾ ਠੀਕ ਹੈ ਮਤਲਬ ਉਸ 'ਤੇ ਕਿਸੇ ਦਾ ਕੰਟਰੋਲ ਨਹੀਂ ਰਹਿੰਦਾ ਬੱਚਾ ਜਿਹੜਾ ਹੈਗਾ ਉਹ ਜ਼ਿੱਦੀ ਹੋ ਜਾਂਦਾ ਹੈ The only paradise they know is their own home. But when they are left to live in a strange house with strange people, it is a kind of torture for them. ਠੀਕ ਹੈ ਤੇ ਇਸ ਉਮਰ ਦੇ ਬੱਚੇ ਵਾਸਤੇ ਉਸ ਦਾ ਘਰ ਹੀ ਉਸ ਵਾਸਤੇ ਸਵਰਗ ਹੁੰਦਾ ਹੈ ਤੇ ਇਸ ਸਟੇਜ ਤੇ ਅਗਰ ਕਿਸੇ ਬੱਚੇ ਨੂੰ ਕਿਸੇ ਓਪਰੀ ਜਗ੍ਹਾ ਤੇ ਰਹਿਣ ਵਾਸਤੇ ਭੇਜ ਦਿੱਤਾ ਜਾਏ ਤੇ ਉਹਦੇ ਵਾਸਤੇ ਸੀਰੀਅਸਲੀ ਬਹੁਤ ਹੀ ਟੌਰਚਰ ਦੀ ਗੱਲ ਹੋਏਗੀ ਠੀਕ ਹੈ ਬੱਚਾ ਵਿਚਾਰਾ ਪਰੇਸ਼ਾਨ ਹੋ ਜਾਏਗਾ ਤੇ ਬੱਚੋ ਫਤਿਕ ਦੇ ਕੇਸ 'ਚ ਵੀ ਹਾਲੇ ਤੱਕ ਜੋ ਅਸੀਂ ਪੜ੍ਹਿਆ ਤੁਸੀਂ ਵੇਖਿਆ ਹੋਏਗਾ ਕਿ ਹੀ ਵਾਜ਼ ਅ ਟੀਨੇਜਰ ਠੀਕ ਹੈ ਐਂਡ his mother was she was very offended with him and when her brother offered to take him to Calcutta she readily agreed and when Fatik reached Calcutta so there he was welcomed by his aunt not welcomed you can say means she was very unhappy to see Fatik okay and there also he he went through the mental trauma he was tortured at school he was tortured at home and like it was a very tough period for him ਠੀਕ ਹੈ ਤੇ ਉਸ ਤੋਂ ਬਾਅਦ ਹੁਣ ਕੀ ਹੁੰਦਾ ਉਸ ਨੂੰ ਝਿੜਕਾ ਪੈ ਗਈਆਂ ਮਾਮੀ ਨੂੰ ਉਹਨੇ ਬੁੱਕ ਵਾਸਤੇ ਕਿਹਾ ਮਾਮੀ ਨੇ ਮਨਾ ਕਰ ਦਿੱਤਾ ਵਿਚਾਰਾ ਆਪਣੇ ਮਾਮੂ ਨੂੰ ਕਹਿੰਦਾ ਕਿ ਮੈਂ ਘਰ ਜਾਣਾ ਚਾਹੁੰਦਾ ਬਟ ਮਾਮਾ ਜੀ ਕਹਿੰਦੇ ਕਿ ਜਦੋਂ ਤੈਨੂੰ ਛੁੱਟੀਆਂ ਪੈਣਗੀਆਂ ਉਦੋਂ ਹੀ ਅਸੀਂ ਘਰ ਚੱਲਾਂਗੇ ਹੁਣ ਉਸ ਤੋਂ ਬਾਅਦ ਕੀ ਹੁੰਦਾ ਹੈ we will read in this chapter so let's recapitulate Fatik is a 14-year-old very mischievous boy. ਇਹ ਤੁਹਾਨੂੰ ਮੈਂ ਦੱਸ ਚੁੱਕੀ ਹਾਂ ਕਿ 14 ਸਾਲਾਂ ਦਾ ਇੱਕ ਮੁੰਡਾ ਸੀਗਾ ਫਤਿਕ ਤੇ ਬਹੁਤ ਹੀ ਸ਼ਰਾਰਤੀ ਸੀਗਾ He has a younger brother Makhan who is favorite of their mother. ਉਹ ਦੋ ਭਰਾ ਸੀਗੇ ਤੇ ਉਸਦੇ ਛੋਟੇ ਭਰਾ ਦਾ ਨਾਮ ਮੱਖਣ ਸੀਗਾ ਤੇ ਮੱਖਣ ਆਪਣੀ ਮਾਂ ਦਾ ਬਹੁਤ ਹੀ ਫੇਵਰੇਟ ਬੱਚਾ ਸੀਗਾ She is fed up with Fatik and his mischiefs and sent him with Bishambar her brother to Calcutta. ਉਹ ਵਿਚਾਰੀ ਦੁਖੀ ਹੋ ਚੁੱਕੀ ਸੀ ਫਤਿਕ ਦੀ ਸ਼ਰਾਰਤਾਂ ਨਾਲ ਤੇ ਜਦੋਂ ਉਸਦੇ ਭਰਾ ਨੇ ਬਿਸ਼ੰਬਰ ਨੇ ਉਸਨੂੰ ਕਿਹਾ ਕਿ ਮੈਂ ਇਹਨੂੰ ਆਪਣੇ ਨਾਲ ਕਲਕੱਤਾ ਲੈ ਜਾਂਦਾ ਤੇ she readily agreed. Their Fatik is unwelcomed by his aunt as she already has 3 boys of her own. ਤੇ ਚਾਚੀ ਮਾਮੀ ਜਿਹੜੀ ਸੀਗੀ ਉਸਨੇ ਬਿਲਕੁਲ ਵੀ ਉਸਦਾ ਸਵਾਗਤ ਨਹੀਂ ਕੀਤਾ ਕਿਉਂਕਿ ਉਸਦੇ ਆਲਰੇਡੀ 3 ਬੱਚੇ ਸੀਗੇ ਤੇ ਉਸਨੂੰ ਲੱਗਦਾ ਸੀ ਕਿ ਫਤਿਕ ਜਿਹੜਾ ਹੈ ਉਹਨਾਂ ਦੀ ਫੈਮਿਲੀ ਵਿੱਚ ਇੱਕ ਅਨਵਾਂਟਡ ਐਡੀਸ਼ਨ ਹੈਗੀ ਹੈ In Calcutta, he is admitted in a school where he is the most backward boy. Obviously, he was from a rural background. ਵਿਚਾਰਾ ਪਿੰਡ ਵਿੱਚੋਂ ਆਇਆ ਸੀ ਤੇ ਇੰਨਾ ਜ਼ਿਆਦਾ ਉਹ ਤੇਜ਼ ਤਰਾਰ ਵੀ ਨਹੀਂ ਸੀਗਾ ਠੀਕ ਹੈ ਤੇ ਸਕੂਲ ਵਿੱਚ ਉਸਨੂੰ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਸੀਗੀ ਤੇ ਉਹ ਸਕੂਲ ਦੇ ਹਰ ਬੱਚੇ ਤੇ ਉਹ ਸਭ ਤੋਂ ਜ਼ਿਆਦਾ ਤੁਸੀਂ ਕਹਿ ਸਕਦੇ ਹੋ ਕਿ ਬੈਕਵਰਡ ਬੱਚਾ ਸੀਗਾ He gets thrashings from his teacher daily. ਰੋਜ਼ ਉਸਨੂੰ ਆਪਣੇ ਟੀਚਰ ਕੋਲੋਂ ਮਾਰ ਪੈਂਦੀ ਸੀਗੀ ਐਂਡ ਫਤਿਕ ਲੌਂਚ ਟੂ ਗੋ ਬੈਕ ਟੂ ਹਿਜ਼ ਹੋਮ ਉਹ ਵਿਚਾਰੇ ਦਾ ਦਿਲ ਕਰਦਾ ਸੀ ਕਿ ਕਿਸੇ ਤਰੀਕੇ ਮੈਂ ਆਪਣੇ ਘਰ ਪਹੁੰਚ ਜਾਵਾਂ He loses one of his books and his aunt shouts on him.
ਇੱਥੋਂ ਤੱਕ ਅਸੀਂ ਪੜ੍ਹ ਚੁੱਕੇ ਹਾਂ ਕਿ ਇੱਕ ਦਿਨ ਉਸਦੀ ਬੁੱਕ ਗੁੰਮ ਹੋ ਜਾਂਦੀ ਹੈ, ਅਤੇ ਜਦੋਂ ਆਪਣੀ ਮਾਮੀ ਨੂੰ ਦੱਸਦਾ ਹੈਗਾ ਤੇ ਉਸਨੂੰ ਬਹੁਤ ਜ਼ਿਆਦਾ ਜਿਹੜੀ ਹੈ ਕਿ ਮਤਲਬ ਮਾਮੀ ਉਸਦੇ ਉੱਪਰ ਚਿਲਾਉਂਦੀ ਹੈ। ਮਾਮੀ ਕਹਿੰਦੀ ਹੈ ਕਿ ਮੇਰੇ ਆਪਣੇ ਵੀ ਬੱਚੇ ਹੈਗੇ ਆ, ਮੇਰੀ ਆਪਣੀ ਵੀ ਰਿਸਪੌਂਸਿਬਿਲਿਟੀਜ਼ ਹੈਗੀ ਹੈ, ਅਤੇ ਮੈਂ ਕੋਈ ਠੇਕਾ ਨਹੀਂ ਲੈ ਰੱਖਿਆ ਕਿ ਮੈਂ ਤੈਨੂੰ ਹਰ ਚੌਥੇ ਦਿਨ ਬੁੱਕ ਜਿਹੜੀ ਹੈ ਖਰੀਦ ਕੇ ਦੇਵਾਂ। ਠੀਕ ਹੈ, ਹੁਣ ਅੱਗੇ ਅਸੀਂ ਪੜ੍ਹਾਂਗੇ। ਲੈਟਸ ਰੀਡ ਦਾ ਟੈਕਸਟ। That night, on his way back from school, Fatik had a bad headache and a shivering fit. He felt that he was going to have an attack of malaria. His one great fear was that he might be a nuisance to his aunt. The next morning, Fatik was nowhere to be seen. Search in the neighborhood proved futile. The rain had been pouring in torrents all night, and those who went out to look for the boy were drenched to the skin. At last, Bishambar asked the police to help him. At nightfall, a police van stopped at the door of the house. It was still raining and the streets were flooded. 2 constables carried Fatik out in their arms and placed him before Bishambar. He was wet through from head to foot, covered with mud, while his face and eyes were flushed with fever and his limbs were trembling. Bishambar carried him in his arms and took him inside the house. When his wife saw him, she exclaimed, "What a heap of trouble this boy has given us. Hadn't you better send him home?" Fatik heard her words and sobbed aloud, "Uncle, I was just going home, but they dragged me back again." The fever rapidly increased, and throughout the night the boy was delirious. Bishambar brought in a doctor. Fatik opened his eyes and looking up to the ceiling said vacantly, "Uncle, have the holidays come yet?" Bishambar wiped the tears from his eyes and took Fatik's thin burning hands in his own and sat by his side through the night. Again the boy began to mutter, till at last his voice rose almost to a shriek. "Mother," he cried, "don't beat me like that. Mother, I am telling the truth." The next day, Fatik for a short time became conscious. His eyes wandered round the room as if he expected someone to come. At last, with an air of disappointment, his head sank back on the pillow. With a deep sigh, he turned his face to the wall. Bishambar read his thoughts and bending down his head whispered, "Fatik, I have sent for your mother." The day dragged on. The doctor said in a troubled voice that the boy's condition was very critical. Fatik began to cry out, "By the mark 3 fathoms, by the mark 4 fathoms, by the mark." Many times had he heard the sailors on the river steamers calling out the mark on the lead line. Now he was himself plumbing an unfathomable sea. Later in the day, Fatik's mother burst into the room like a whirlwind and rocking herself to and fro from side to side began to moan and cry. Bishambar tried to calm her, but she flung herself on the bed and cried, "Fatik, my darling, my darling." Fatik stopped his restless movements for a moment. His hand ceased beating up and down. He said, "Heathers." The mother cried again, "Fatik, my darling, my darling." Very slowly Fatik's eyes wandered, but he could no longer see the people around his bed. At last he murmured, "Mother, the holidays have come." So students, this was the chapter. So you would have seen a few new words. ਅਸੀਂ ਉਹਨਾਂ words ਨੂੰ ਹੁਣ discuss ਕਰਾਂਗੇ. First word ਸੀਗਾ shivering. Shivering means shaking, ਕੰਬਣਾ. Nuisance means trouble, ਪਰੇਸ਼ਾਨੀ. Torrents means heavy downpour, ਜਦੋਂ ਬਾਰਿਸ਼ ਬਹੁਤ ਤੇਜ਼ ਹੁੰਦੀ ਹੈ. Drenched means soaked, ਗਿੱਲੇ ਹੋਣਾ ਜਾਂ ਭਿੱਜਣਾ. ਠੀਕ ਹੈ, ਤੇ ਹੁਣ ਅਸੀਂ ਫਿਰ ਤੋਂ ਇੱਕ ਵਾਰੀ ਟੈਕਸਟ ਨੂੰ ਪੜ੍ਹਨੇ ਆ. ਤੁਸੀਂ ਸਾਰਿਆਂ ਨੇ ਇਹ ਸਾਰੇ ਵਰਡਸ ਜਿਹੜੇ ਅਸੀਂ ਆਲਰੇਡੀ ਡਿਸਕਸ ਕੀਤੇ ਆ ਉਹਨਾਂ ਦਾ ਮੀਨਿੰਗ ਲੱਭਣ ਦੀ ਕੋਸ਼ਿਸ਼ ਕਰਨੀ ਹੈ. ਠੀਕ ਹੈ. That night on his way back from school,
ਫਤਿਕ had a bad headache and a shivering fit। ਤੇ ਉਸ ਦਿਨ ਜਦੋਂ ਫਤਿਕ ਸਕੂਲ ਤੋਂ ਵਾਪਸ ਆਉਂਦਾ ਹੈ ਤੇ ਉਹਦੇ ਸਿਰ ਵਿੱਚ ਬਹੁਤ ਜ਼ਿਆਦਾ ਦਰਦ ਹੋ ਰਹੀ ਸੀਗੀ ਅਤੇ ਉਹ ਕੰਬ ਵੀ ਰਿਹਾ ਸੀਗਾ। He felt that he was going to have an attack of malaria। ਤੇ ਉਸਨੂੰ ਲੱਗ ਰਿਹਾ ਸੀਗਾ ਕਿ ਉਸਨੂੰ ਮਲੇਰੀਆ ਦਾ ਅਟੈਕ ਆਇਆ ਹੈ। His one great fear was that he might be a nuisance to his aunt। ਬਟ ਆਪਣੀ ਬਿਮਾਰੀ ਤੋਂ ਵੀ ਜ਼ਿਆਦਾ ਉਸਨੂੰ ਇਸ ਗੱਲ ਦਾ ਡਰ ਲੱਗ ਰਿਹਾ ਸੀਗਾ ਕਿ ਹੁਣ ਮੇਰੀ ਮਾਮੀ ਦਾ ਰਿਐਕਸ਼ਨ ਜਿਹੜਾ ਹੈ ਉਹ ਕੀ ਹੋਏਗਾ, ਮਤਲਬ ਇੰਨਾ ਉਸਦੇ ਮਨ ਵਿੱਚ ਮਾਮੀ ਲਈ ਡਰ ਬੈਠ ਗਿਆ ਸੀਗਾ। The next morning ਫਤਿਕ was nowhere to be seen। ਅਗਲੇ ਦਿਨ ਸਵੇਰੇ ਫਤਿਕ ਕਿਸੇ ਨੂੰ ਵੀ ਨਹੀਂ ਲੱਭਿਆ। Search in the neighborhood proved futile। futile ਦਾ ਮਤਲਬ ਹੈ useless। ਤੇ ਉਹਨੂੰ ਪੂਰੇ ਆਂਢ ਗੁਆਂਢ ਵਿੱਚ ਲੱਭਿਆ ਗਿਆ ਬਟ ਉਹ ਕਿਤੇ ਵੀ ਨਹੀਂ ਲੱਭਿਆ। The rain had been pouring in torrents all night। ਤੇ ਬਾਰਿਸ਼ ਜਿਹੜੀ ਹੈ ਉਹ ਕੰਟੀਨਿਊਸਲੀ ਮਤਲਬ ਰਾਤ ਦੀ ਲੱਗੀ ਹੋਈ ਸੀ ਤੇ ਹੱਲੇ ਤੱਕ ਕੰਟੀਨਿਊਸਲੀ ਬਾਰਿਸ਼ ਹੋ ਰਹੀ ਸੀਗੀ। And those who went out to look for the boy were drenched to the skin। drenched ਮੈਨੇ ਭਿੱਜਣਾ, ਠੀਕ ਹੈ। ਤੇ ਉਹ ਲੋਕੀ ਜਿਹੜੇ ਫਤਿਕ ਨੂੰ ਲੱਭਣ ਗਏ ਸੀ ਉਹ ਜਦੋਂ ਵਾਪਸ ਆਏ ਤੇ ਉਹ ਆਪਣੀ ਮਤਲਬ ਅੰਦਰ ਤੱਕ ਪੂਰੀ ਤਰੀਕੇ ਨਾਲ ਭਿੱਜ ਚੁੱਕਿਆ ਸੀਗੇ ਬਟ ਉਹਨਾਂ ਨੂੰ ਫਤਿਕ ਕਿਤੇ ਵੀ ਨਹੀਂ ਮਿਲਿਆ। At last ਬਿਸ਼ੰਬਰ asked the police to help him। ਤੇ ਫਾਈਨਲੀ ਉਹਦਾ ਜਿਹੜਾ ਮਾਮਾ ਹੈ ਉਹ ਪੁਲਿਸ ਸਟੇਸ਼ਨ ਜਾਂਦਾ ਤੇ ਉੱਥੇ ਜਾ ਕੇ ਰਿਪੋਰਟ ਲਿਖਵਾਉਂਦਾ ਕਿ ਇੱਦਾਂ ਇੱਦਾਂ ਕਰਕੇ ਮੇਰਾ ਭਾਂਜਾ ਜਿਹੜਾ ਮਤਲਬ ਰਾਤ ਤੋਂ ਘਰ ਨਹੀਂ ਹੈਗਾ ਤੇ ਪਲੀਜ਼ ਮੇਰੀ ਹੈਲਪ ਕਰੋ। At nightfall a police van stopped at the door of the house। ਤੇ ਪੂਰਾ ਦਿਨ ਨਿਕਲ ਜਾਂਦਾ ਹੈ ਤੇ ਜਦੋਂ ਰਾਤ ਹੁੰਦੀ ਹੈ ਤੇ ਬਿਸ਼ੰਬਰ ਦੇ ਬੂਹੇ ਸਾਹਮਣੇ ਇੱਕ ਪੁਲਿਸ ਦੀ ਵੈਨ ਰੁਕਦੀ ਹੈ। It was still raining and the streets were flooded। ਬਾਰਿਸ਼ ਜਿਹੜੀ ਹੈ ਰਾਤ ਦੀ ਲੱਗੀ ਦੀ ਸੀ, ਹੱਲੇ ਤੱਕ ਵੀ ਕੰਟੀਨਿਊਸਲੀ ਬਾਰਿਸ਼ ਹੋ ਰਹੀ ਸੀ ਤੇ ਪੂਰੀ ਦੀ ਪੂਰੀ ਗਲੀਆਂ ਜਿਹੜੀਆਂ ਹੈਗੀਆਂ ਉਹ ਪਾਣੀ ਨਾਲ ਭਰ ਚੁੱਕੀਆਂ ਸੀਗੀਆਂ। Two constables carried ਫਤਿਕ out in their arms and placed him before ਬਿਸ਼ੰਬਰ। ਤੇ ਦੋ ਕਾਂਸਟੇਬਲਸ ਜਿਹੜੇ ਹੈਗੇ ਆ ਉਹਨਾਂ ਨੇ ਫਤਿਕ ਨੂੰ ਬਾਹਾਂ ਤੋਂ ਫੜਿਆ ਹੋਇਆ ਸੀਗਾ ਤੇ ਉਹਨਾਂ ਨੇ ਲਿਆ ਕੇ ਫਤਿਕ ਨੂੰ ਬਿਸ਼ੰਬਰ ਦੇ ਸਾਹਮਣੇ ਰੱਖ ਦਿੱਤਾ। ਅੱਛਾ, ਕੁਝ ਹੋਰ ਨਿਊ ਵਰਡਸ ਹੈਗੇ ਆ, ਇਹ ਵੀ ਅਸੀਂ ਵੇਖ ਲੈਂਦੇ ਆ। ਫਲਸ਼ਡ ਮੀਨਸ ਰੈਡਨ। ਜਦੋਂ ਬਿਮਾਰੀ ਦੀ ਵਜ੍ਹਾ ਨਾਲ ਤੁਹਾਡੇ ਚੀਕਸ ਦੇ ਵਿੱਚੋਂ ਰੈਡ ਮਤਲਬ ਉਹ ਸੇਕ ਜਿਹਾ ਨਿਕਲਣ ਲੱਗ ਪੈਂਦਾ ਤੇ ਉਹਨੂੰ ਅਸੀਂ ਮਤਲਬ ਉਸ ਵਾਸਤੇ ਅਸੀਂ ਇਹ ਵਰਡ ਯੂਜ਼ ਕਰ ਸਕਦੇ ਹਾਂ, ਫਲਸ਼ਡ, ਠੀਕ ਹੈ। ਲਿੰਬਸ ਬੋਡੀ ਪਾਰਟਸ ਮਤਲਬ ਹੈ ਸਾਡੇ ਹੱਥ ਪੈਰ ਲੱਤਾਂ ਬਾਹਾਂ ਸਾਡੀਆਂ ਜਿਹੜੀਆਂ ਹੈਗੀਆਂ ਉਹ ਸਾਡੇ ਲਿੰਬਸ ਹੈਗੇ ਆ, ਬੋਡੀ ਪਾਰਟਸ। ਸੋਪਡ ਦਾ ਮਤਲਬ ਵੈਪਟ, ਸਿਸਕੀਆਂ ਲੈ ਲੈ ਕੇ ਰੋਣਾ। ਡਰੈਗਡ ਦਾ ਮਤਲਬ ਪੁਲਡ, ਖਿੱਚ ਕੇ ਲਿਆਣਾ। ਰੈਪਿਡਲੀ ਦਾ ਮਤਲਬ ਹੈ ਕੁਇਕਲੀ, ਛੇਤੀ ਛੇਤੀ। ਡੈਲੀਰੀਅਸ ਸਫਰਿੰਗ ਫਰੋਮ ਇਲੂਜਨ, ਸੈਮੀ ਕੌਨਸ਼ੀਅਸ ਮੀਨਸ ਜਦੋਂ ਤੁਸੀਂ ਵੇਖਿਆ ਹੋਏਗਾ ਕਿ ਜਦੋਂ ਬੰਦੇ ਨੂੰ ਬਹੁਤ ਜ਼ਿਆਦਾ ਬੁਖਾਰ ਹੋ ਜਾਂਦਾ ਹੈ ਜਾਂ ਬਹੁਤ ਜ਼ਿਆਦਾ ਉਹਦੀ ਕੰਡੀਸ਼ਨ ਬੁਰੀ ਹੋ ਜਾਂਦੀ ਹੈ ਤੇ ਉਹ ਜਦੋਂ ਪੂਰੀ ਹੋਸ਼ ਵਿੱਚ ਨਹੀਂ ਹੁੰਦਾ ਤੇ ਕੁਛ ਨਾ ਕੁਛ ਮੂੰਹ 'ਚ ਬੜਬੜਾਉਂਦਾ ਹੈ, ਉਸ ਕੰਡੀਸ਼ਨ ਨੂੰ ਅਸੀਂ ਡੈਲੀਰੀਅਸ ਕਹਿੰਦੇ ਹਾਂ। ਵੇਕੈਂਟਲੀ ਦਾ ਮਤਲਬ ਹੈ ਬਲੈਂਕਲੀ, ਮਤਲਬ ਖਾਲੀਪਨ, ਠੀਕ ਹੈ। ਤੇ ਚਲੋ ਹੁਣ ਚੈਪਟਰ ਕੰਟੀਨਿਊ ਕਰੀਏ। He was wet through from head to foot, covered with mud, while his face and eyes were flushed with fever and his limbs were trembling। ਠੀਕ ਹੈ। ਤੇ ਜਦੋਂ ਪੁਲਿਸ ਵਾਲੇ ਉਸਨੂੰ ਫੜ ਕੇ ਲੈ ਕੇ ਆਏ ਫਤਿਕ ਨੂੰ ਤੇ ਫਤਿਕ ਉੱਪਰੋਂ ਲੈ ਕੇ ਥੱਲੇ ਤੱਕ ਬੁਰੀ ਤਰ੍ਹਾਂ ਭਿੱਜਿਆ ਹੋਇਆ ਸੀਗਾ, ਮਿੱਟੀ ਦੇ ਨਾਲ ਗਾਰੇ ਦੇ ਨਾਲ ਭਰਿਆ ਹੋਇਆ ਸੀਗਾ ਬਟ ਉਹਦਾ ਜਿਹੜਾ ਫੇਸ ਹੈ ਤੇ ਉਹਦੀ ਆਈਜ਼ ਜਿਹੜੀਆਂ ਬਿਲਕੁਲ ਰੈੱਡ ਹੋ ਚੁੱਕੀਆਂ ਸੀਗੀਆਂ, ਕਿਹਦੇ ਨਾਲ? ਬੁਖਾਰ ਦੇ ਨਾਲ। ਉਹਨੂੰ ਬਹੁਤ ਜ਼ਿਆਦਾ ਬੁਖਾਰ ਸੀਗਾ ਅਤੇ ਉਹਦੇ ਜਿਹੜੇ ਲਿੰਬਸ ਸੀਗੇ, ਹੱਥ ਪੈਰ ਸੀਗੇ, ਉਹ ਕੰਬ ਰਹੇ ਸੀਗੇ। ਟਰੈਂਬਲਿੰਗ ਦਾ ਮਤਲਬ ਕੰਬ ਰਹੇ ਸੀ। Bishambar carried him in his arm and took him inside the house. When his wife saw him, she exclaimed, "What a heap of trouble this boy has given us. Hadn't you better send him home?" ਤੇ ਜਦੋਂ ਬਿਸ਼ੰਬਰ ਉਹਨੂੰ ਫੜ ਕੇ ਘਰ ਵਿੱਚ ਲਿਆਂਦਾ ਤੇ ਮਾਮੀ ਨੂੰ ਤੇ ਵੈਸੇ ਹੀ ਗੁੱਸਾ ਚੜਿਆ ਸੀ, ਥੋੜਾ ਹੋਰ ਗੁੱਸਾ ਚੜ ਜਾਂਦੇ ਆ ਤੇ ਮਾਮੀ ਕਹਿੰਦੀ ਹੈ ਕਿ ਮਤਲਬ ਹੈ ਬॉय ਤੇ ਮੁੰਡਾ ਜਦੋਂ ਦਾ ਸਾਡੇ ਘਰ ਵਿੱਚ ਆਇਆ ਸਾਨੂੰ ਮਤਲਬ ਮੁਸੀਬਤ ਹੀ ਮੁਸੀਬਤ ਹੈ ਤੇ ਤੁਸੀਂ ਇਹਨੂੰ ਘਰ ਕਿਉਂ ਨਹੀਂ ਭੇਜ ਦਿੰਦੇ। ਫਤਿਕ heard her words and sobbed aloud। ਠੀਕ ਹੈ, ਫਤਿਕ ਆਪਣੀ ਮਾਮੀ ਦੀ ਗੱਲ ਸੁਣਦਾ ਤੇ ਉੱਚੀ ਉੱਚੀ ਰੋਣ ਲੱਗ ਪੈਂਦਾ ਤੇ ਕਹਿੰਦਾ ਹੈ, ਅੰਕਲ I was just going home but they dragged me back again। ਤੇ ਉਹ ਕਹਿੰਦਾ ਕਿ ਮਾਮਾ ਜੀ ਮੈਂ ਆਪਣੇ ਘਰ ਹੀ ਜਾ ਰਿਹਾ ਸੀਗਾ ਬਟ ਇਹ ਪੁਲਿਸ ਵਾਲਿਆਂ ਨੇ ਮੈਨੂੰ ਫੜ ਲਿਆ ਤੇ ਮੈਨੂੰ ਖਿੱਚ ਕੇ ਧਰੂੜ ਕੇ ਇੱਥੇ ਵਾਪਸ ਲੈ ਆਏ ਹੈ। The fever rapidly increased and throughout the night the boy was delirious। ਠੀਕ ਹੈ, ਤੇ ਸਾਰੀ ਰਾਤ ਮਤਲਬ ਉਹਦਾ ਬੁਖਾਰ ਜਿਹੜਾ ਉਹ ਵੱਧਦਾ ਹੀ ਜਾ ਰਿਹਾ ਸੀਗਾ ਤੇ ਮੁੰਡਾ ਜਿਹੜਾ ਹੈ ਉਹ ਬਿਲਕੁਲ ਡੈਲੀਰੀਅਸ ਹੋ ਗਿਆ ਸੀ। ਡੈਲੀਰੀਅਸ ਦਾ ਮਤਲਬ ਹੈ ਕਿ ਨੀਂਦ ਦੇ ਵਿੱਚ, ਬੇਹੋਸ਼ੀ ਦੇ ਵਿੱਚ ਮਤਲਬ ਉਹ ਗੱਲਾਂ ਕਰਦਾ ਜਾ ਰਿਹਾ ਸੀਗਾ, ਬੁਖਾਰ ਜਿਹੜਾ ਉਹਦੇ ਸਿਰ ਨੂੰ ਚੜ ਰਿਹਾ ਸੀਗਾ। ਬਿਸ਼ੰਬਰ brought in a doctor ਤੇ ਮਾਮਾ ਵੀ ਘਬਰਾ ਗਿਆ। ਮਾਮਾ ਜਿਹੜਾ ਹੈਗਾ ਉਹ ਡਾਕਟਰ ਨੂੰ ਬੁਲਾ ਲਿਆਇਆ। Fatik opened his eyes and looking up to the ceiling said vacantly, "Uncle, have the holidays come yet?"
ਤੇ ਫਤਿਕ ਜਿਹੜਾ ਹੈਗਾ ਉਸਨੂੰ ਬਿਲਕੁਲ ਵੀ ਹੋਸ਼ ਨਹੀਂ ਸੀ, ਤੇ ਜਿਹੜੀ ਮਾੜੀ ਮੋਟੀ ਵੀ ਹੋਸ਼ ਸੀਗੀ ਉਹ ਬਸ ਦੀ ਛੱਤ ਵੱਲ ਵੇਖ ਰਿਹਾ ਸੀਗਾ ਤੇ ਆਪਣੇ ਮਾਮੇ ਨੂੰ ਕਹਿੰਦਾ ਕਿ ਮਾਮਾ ਜੀ ਛੁੱਟੀਆਂ ਪਈਆਂ ਕਿ ਨਹੀਂ ਪਈਆਂ। ਓਕੇ, ਫਿਊ ਮੋਰ ਵਰਡਸ। ਮਟਰ ਮੀਨਸ ਮਰਮਰ, ਮੂੰਹ 'ਚ ਬੁਦਬੁਦਾਣਾ। ਸ਼ਰੀਕ ਮੀਨਸ ਸਕਰੀਮ, ਚੀਕ ਮਾਰਨਾ। ਵਾਂਡਰਡ ਦਾ ਮਤਲਬ ਹੈ ਰੋਂਡ, ਇੱਧਰ ਉੱਧਰ ਬਿਨਾਂ ਮਤਲਬ ਤੋਂ ਘੁੰਮਣਾ। ਡਿਸਅਪੋਇੰਟਮੈਂਟ ਦਾ ਮਤਲਬ ਹੈ ਫਰਸਟ੍ਰੇਸ਼ਨ, ਜਦੋਂ ਤੁਸੀਂ ਫਰਸਟ੍ਰੇਟ ਹੋ ਜਾਓ ਕਿਸੇ ਚੀਜ਼ ਨੂੰ ਲੈ ਕੇ, ਹੈ ਨਾ। read his thoughts, understood his feelings, ਮਤਲਬ ਉਹਦੀ ਕਿਸੇ ਦੀ ਫੀਲਿੰਗਸ ਨੂੰ ਸਮਝਣਾ। ਟਰਬਲਡ ਦਾ ਮਤਲਬ ਹੈ ਵਰਿਡ, ਪਰੇਸ਼ਾਨ ਹੋਣਾ ਜਾਂ ਘਬਰਾਣਾ। ਕ੍ਰਿਟੀਕਲ ਦਾ ਮਤਲਬ ਹੈ ਵੈਰੀ ਸੀਰੀਅਸ, ਹਾਲਤ ਬਹੁਤ ਖਰਾਬ ਹੋਣਾ। ਠੀਕ ਹੈ, ਓਕੇ। ਬਿਸ਼ੰਬਰ wiped the tears from his eyes and took Fatik's thin burning hands in his own and sat by his side through the night। ਠੀਕ ਹੈ, ਤੇ ਮਾਮਾ ਜਿਹੜਾ ਹੈ ਉਹ ਵੀ ਥੋੜਾ ਵਿਚਾਰਾ ਘਬਰਾ ਜਾਂਦਾ। ਠੀਕ ਹੈ, ਉਹਦੀ ਅੱਖਾਂ 'ਚੋਂ ਅਥਰੂ ਪੂੰਝਦਾ ਤੇ ਉਹਦਾ ਆਪਣਾ ਜਿਹੜਾ ਪਤਲਾ ਸੁੱਕਾ ਜਿਹਾ ਹੱਥ ਸੀਗਾ ਤੇ ਬਹੁਤ ਜ਼ਿਆਦਾ ਸੇਕ ਨਿਕਲ ਰਿਹਾ ਸੀਗਾ ਉਹਦੇ ਹੱਥ ਵਿੱਚੋਂ, ਬੜਾ ਬੁਖਾਰ ਸੀ ਉਹਨੂੰ, ਤੇ ਆਪਣੇ ਹੱਥ ਵਿੱਚ ਲੈ ਕੇ ਸਾਰੀ ਰਾਤ ਮਾਮਾ ਉਹਦਾ ਜਿਹੜਾ ਬਿਸ਼ੰਬਰ ਹੈਗਾ ਉਹ ਬੈਠਾ ਰਹਿੰਦਾ। Again the boy began to mutter till at last his voice rose almost to a shriek। Mother, he cried, don't beat me like that mother, I am telling the truth। ਠੀਕ ਹੈ, ਤੇ ਪਹਿਲੇ ਤੇ ਉਹ ਬੁਦਬੁਦਾ ਰਿਹਾ ਸੀਗਾ, ਬਟ ਫਿਰ ਅਚਾਨਕ ਇੱਕਦਮ ਉਹਨੇ ਜ਼ੋਰ ਦੀ ਚੀਕ ਮਾਰੀ ਤੇ ਉਹ ਕਹਿੰਦਾ ਕਿ ਮਾਂ ਮੈਨੂੰ ਇੱਦਾਂ ਨਾ ਮਾਰ, ਮੈਂ ਤੈਨੂੰ ਜੋ ਵੀ ਕਹਿ ਰਿਹਾ ਉਹ ਸੱਚ ਕਹਿ ਰਿਹਾ, ਪਲੀਜ਼ ਮੈਨੂੰ ਇੱਦਾਂ ਨਾ ਮਾਰ। ਮਤਲਬ ਦੇਖੋ, ਬਿਮਾਰੀ ਦੇ ਵਿੱਚ ਵੀ ਉਹਦੇ ਮਨ ਦੇ ਵਿੱਚ ਇੱਕ ਟਰਾਮਾ ਜਾ ਰਿਹਾ ਸੀਗਾ, ਮਤਲਬ ਇੰਨਾ ਜ਼ਿਆਦਾ ਉਹ ਦਹਿਸ਼ਤ ਵਿੱਚ ਆ ਚੁੱਕਿਆ ਸੀਗਾ ਬੱਚਾ। ਘਰੋਂ ਵੀ ਵਿਚਾਰੇ ਨੇ ਮਾਰ ਖਾਧੀ, ਇੱਥੇ ਵੀ ਆ ਕੇ ਮਾਮੀ ਕੋਲੋਂ ਵੀ ਬੇਇੱਜ਼ਤੀ ਕਰਵਾਈ, ਸਕੂਲ 'ਚੋਂ ਵੀ ਬੇਇੱਜ਼ਤੀ ਕਰਵਾਈ, ਕਜ਼ਨਸ ਵੀ ਉਹਨੂੰ ਬੁਲੀ ਕਰਦੇ ਸੀਗੇ, ਮਤਲਬ ਬਹੁਤ ਹੀ ਮੈਂਟਲ ਟਰਾਮਾ 'ਚੋਂ ਬੱਚਾ ਵਿਚਾਰਾ ਗੁਜ਼ਰ ਰਿਹਾ ਸੀਗਾ। The next day Fatik for a short time became conscious। ਅਗਲੇ ਦਿਨ ਉਸਨੂੰ ਸਿਰਫ ਥੋੜੇ ਟਾਈਮ ਵਾਸਤੇ ਹੋਸ਼ ਆਉਂਦੀ ਹੈ। His eyes wandered round the room as he expected someone to come। ਠੀਕ ਹੈ, ਤੇ ਉਹਦੀਆਂ ਅੱਖਾਂ ਜਿਹੜੀਆਂ ਪੂਰੇ ਰੂਮ 'ਚ ਇੱਧਰ ਉੱਧਰ ਘੁੰਮਦੀਆਂ, ਇੱਦਾਂ ਲੱਗ ਰਿਹਾ ਸੀਗਾ ਕਿ ਉਹ ਕਿਸੇ ਨੂੰ ਐਕਸਪੈਕਟ ਕਰ ਰਿਹਾ ਸੀ ਕਿ ਕੋਈ ਆਏਗਾ, ਬਟ ਕੋਈ ਨਹੀਂ ਲੱਭਦਾ ਉਹਨੂੰ। At last with an air of disappointment his head sank back on the pillow। ਠੀਕ ਹੈ, ਤੇ ਜਦੋਂ ਉਹਨੂੰ ਕੋਈ ਨਹੀਂ ਲੱਭਦਾ ਉਹ ਵਿਚਾਰਾ ਫਿਰ ਪਿੱਲੋ ਤੇ ਤਕੀਏ ਤੇ ਆਪਣਾ ਸਿਰ ਜਿਹੜਾ ਸਰਾਣੇ ਤੇ ਰੱਖ ਕੇ ਲੇਟ ਜਾਂਦਾ ਹੈ। With a deep sigh he turned his face to the wall। ਠੀਕ ਹੈ, ਤੇ ਇੱਧਰ ਉੱਧਰ ਦੇਖਣਾ ਬਿਲਕੁਲ ਛੱਡ ਦਿੰਦਾ ਤੇ ਆਪਣਾ ਮੂੰਹ ਜਿਹੜਾ ਦੀਵਾਰ ਵੱਲ ਕਰ ਲੈਂਦਾ ਉਹ। Bishambar read his thoughts and bending down his head whispered, Fatik, I have sent for your mother। ਤੇ ਉਹਦੇ ਜਿਹੜੇ ਮਾਮਾ ਸੀਗੇ ਉਹਨੂੰ ਸਮਝ ਆ ਜਾਂਦੀ ਹੈ ਕਿ ਕਿਹਨੂੰ ਲੱਭ ਰਿਹਾ, ਤੇ ਉਹ ਉਹਦੇ ਕੋਲ ਮੂੰਹ ਲੈ ਕੇ ਜਾਂਦੇ ਆ ਤੇ ਕਹਿੰਦੇ ਬੇਟੇ ਟੈਨਸ਼ਨ ਨਾ ਲੈ, ਮੈਂ ਤੇਰੀ ਮੰਮਾ ਨੂੰ ਬੁਲਾ ਰਿਹਾ, ਤੇਰੀ ਮਦਰ ਜਿਹੜੀ ਹੈ ਉਹ ਆ ਜਾਏਗੀ। The day dragged on, ਸਾਰਾ ਦਿਨ ਗੁਜ਼ਰ ਜਾਂਦਾ ਹੈ। The doctor said in a troubled voice that the boy's condition was very critical। ਠੀਕ ਹੈ, ਤੇ ਡਾਕਟਰ ਜਿਹੜਾ ਉਹ ਬਿਸ਼ੰਬਰ ਨੂੰ ਕਹਿੰਦਾ ਕਿ ਮੈਨੂੰ ਲੱਗ ਰਿਹਾ ਕਿ ਮੁੰਡੇ ਦੀ ਹਾਲਤ ਜਿਹੜੀ ਹੈ ਉਹ ਬਿਲਕੁਲ ਵੀ ਠੀਕ ਨਹੀਂ ਹੋ ਰਹੀ, ਸਗੋਂ ਹੋਰ ਖਰਾਬ ਹੁੰਦੀ ਜਾ ਰਹੀ ਹੈ। ਓਕੇ, few more words। by the mark 3 fathoms this is how sailors measure the depth of the water। ਠੀਕ ਹੈ, ਸਮੁੰਦਰ ਵਿੱਚ ਜਾਂ ਜਦੋਂ ਜਿਹੜੇ ਸੇਲਰਸ ਹੁੰਦੇ ਆ ਉਹ ਜਦੋਂ ਪਾਣੀ ਦੀ ਗਹਿਰਾਈ ਜਿਹੜੀ ਹੈਗੀ ਉਹ ਫੈਦਮਸ ਦੇ ਵਿੱਚ ਨਾਪਦੇ ਆ। ਠੀਕ ਹੈ, ਗਹਿਰਾਈ ਦਾ ਮਤਲਬ ਇੱਕ ਮੈਜਰਮੈਂਟ ਦਾ ਇੱਕ ਤੁਸੀਂ ਉਹ ਕਹਿ ਸਕਦੇ ਹੋ ਪੈਮਾਨਾ ਹੈਗਾ ਫੈਦਮ। ਠੀਕ ਹੈ, ਫੈਦਮ ਕਿਹਦੇ ਇਕੁਅਲ ਹੁੰਦਾ, ਇਟ ਇਜ਼ ਅਪਰੋਕਸੀਮੇਟਲੀ 6 ਫੀਟ, 6 ਫੁੱਟ ਦੇ ਬਰਾਬਰ ਹੁੰਦਾ। ਠੀਕ ਹੈ, ਪਲੰਬਿੰਗ ਦਾ ਮਤਲਬ ਹੈ ਮੈਜਰਿੰਗ ਆਊਟ, ਕਿਸੇ ਚੀਜ਼ ਨੂੰ ਮਿਣਨਾ। ਬਰਸਟ ਦਾ ਮਤਲਬ ਹੈ ਰਸ਼, ਤੇਜ਼ੀ ਨਾਲ ਆਉਣਾ। ਵਰਲਡਵਿੰਡ ਸਪਾਇਰਲ ਵਾਈਨਸਟੋਰਮ, ਜਿੱਦਾਂ ਉਹ ਘੁੰਮਣ ਘੇਰੀ ਗੋਲ ਗੋਲ ਘੁੰਮਦੀ ਹੈ ਉਸ ਤਰੀਕੇ ਨਾਲ। ਮੋਨ ਐਂਡ ਕਰਾਈ, ਵੀਪਿੰਗ ਐਂਡ ਸੇਇੰਗ ਸੈਡ ਥਿੰਗਸ, ਮਤਲਬ ਰੋਣਾ ਤੇ ਨਾਲ ਨਾਲ ਕੁਝ ਬੁਦਬੁਦਾਣਾ। ਫਲੰਗ ਦਾ ਮਤਲਬ ਹੈ ਥਰੂ, ਸੁੱਟਣਾ। ਰੈਸਟਲੈਸ ਦਾ ਮਤਲਬ ਹੈ ਐਜੀਟੇਟਿਡ, ਬਹੁਤ ਪਰੇਸ਼ਾਨ ਹੋਣਾ। ਸੀਜ਼ ਦਾ ਮਤਲਬ ਹੈ ਸਟਾਪਡ, ਰੁਕ ਜਾਣਾ। ਤੇ ਮਰਮਰ ਦਾ ਮਤਲਬ ਹੈ ਵਿਸਪਰਡ, ਯਾਨੀ ਕਿ ਫੁਸਫੁਸਾਣਾ ਜਾਂ ਹੌਲੀ ਆਵਾਜ਼ ਵਿੱਚ ਬੋਲਣਾ। ਓਕੇ, Fatik began to cry out by the mark 3 fathoms, by the mark 4 fathoms, by the mark। Many times had he heard the sailors on the river steamers calling out the mark on the lead line। Now he was himself plumbing an unfathomable sea। ਠੀਕ ਹੈ, ਤੇ ਹੁਣ ਉਹਦੀ ਕੰਡੀਸ਼ਨ ਹੋਰ ਵੀ ਜ਼ਿਆਦਾ ਖਰਾਬ ਹੋ ਰਹੀ ਸੀ, ਉਹ ਬਿਲਕੁਲ ਡੈਲੀਰੀਅਸ ਹੋ ਰਿਹਾ ਸੀਗਾ ਤੇ ਕੁਛ ਨਾ ਕੁਛ ਬਦਬੁਦਾਈ ਜਾ ਰਿਹਾ ਸੀ। ਕਦੀ ਕਹਿ ਰਿਹਾ ਸੀ 3 ਫੈਦਮ 4 ਫੈਦਮ, ਮਤਲਬ ਤੇ ਉਸ ਨੂੰ ਲੱਗ ਰਿਹਾ ਸੀ ਕਿ ਉਹ ਵੀ ਇੱਕ ਸਮੁੰਦਰ ਦੇ ਵਿੱਚ ਡੁੱਬਦਾ ਜਾ ਰਿਹਾ। ਠੀਕ ਹੈ, ਬਹੁਤ ਵਾਰੀ ਉਹਨੇ ਇਹ ਸ਼ਬਦ ਜਿਹੜੇ ਹੈਗੇ ਸੇਲਰਸ ਦੇ ਮੂੰਹੋਂ ਸੁਣੇ ਸੀਗੇ ਤੇ ਹੁਣ ਉਸ ਨੂੰ ਲੱਗ ਰਿਹਾ ਸੀ ਕਿ ਮੈਂ ਵੀ ਡੁੱਬ ਰਿਹਾ ਹਾਂ। Later in the day Fatik's mother burst into the room like a whirlwind and rocking herself to and fro from side to side began to moan and cry। ਠੀਕ ਹੈ, ਤੇ ਅਗਲੇ ਦਿਨ ਉਹਦੀ ਮਾਂ ਪਹੁੰਚਦੀ ਹੈਗੀ ਹੈ ਤੇ ਮਤਲਬ ਇੱਦਾਂ ਆਉਂਦੀ ਹੈ ਜਿੱਦਾਂ ਹਨੇਰੀ ਤੂਫਾਨ ਆ ਜਾਂਦਾ ਹੈ, ਤੇ ਆਉਂਦੇ ਹੀ ਮਤਲਬ ਜ਼ੋਰ ਜ਼ੋਰ ਦੀ ਰੋਣ ਲੱਗ ਪੈਂਦੀ ਹੈ।
Bishambar tried to calm her out but she flung herself on the bed and cried, Fatik, my darling, my darling. ठीक है, माँ ਸੀਗੀ ਜਿੱਦਾਂ ਵੀ ਸੀਗਾ, ਉਹਦਾ ਬੱਚਾ ਸੀਗਾ ਤੇ ਭਰਾ ਉਹਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰਦਾ, ਬਟ ਉਹ ਬੈੱਡ ਤੇ ਡਿੱਗ ਜਾਂਦੀ ਤੇ ਜ਼ੋਰ ਜ਼ੋਰ ਦੀ ਕਹਿੰਦੀ ਹੈ, ਮੇਰੇ ਬੱਚੇ, ਫਤਿਕ ਉੱਠ ਮੇਰੇ ਬੱਚੇ, ਕੀ ਹੋਇਆ ਤੈਨੂੰ? Fatik stopped his restless movements for a moment. His hand ceased beating up and down. He said, Ethers. ठीक है, ਤੇ ਫਤਿਕ ਜਿਹੜਾ ਇੱਧਰ ਉੱਧਰ ਉਹਦੇ ਹੱਥ ਪੈਰ ਮਤਲਬ ਬਿਨਾਂ ਮਤਲਬ ਤੋਂ ਚੱਲ ਰਹੇ ਸੀ, ਪਰੇਸ਼ਾਨ ਸੀਗਾ। 2 ਮਿੰਟ ਵਾਸਤੇ ਉਹਦੀ ਮੂਵਮੈਂਟ ਰੁਕਦੀ ਹੈ, ਅੱਖਾਂ ਖੋਲਦਾ ਤੇ ਆਪਣੀ ਮਾਂ ਨੂੰ ਦੇਖ ਕੇ ਕੁਝ ਬੁਦਬੁਦਾਉਂਦਾ ਹੈ। The mother cried again, Fatik, my darling, my darling. Very slowly Fatik's eyes wandered, but he could no longer see the people around his bed. ठीक है, ਤੇ ਫਤਿਕ ਬੜੀ ਮੁਸ਼ਕਿਲ ਆਪਣੀ ਅੱਖਾਂ ਜਿਹੜੀਆਂ ਖੋਲਦਾ, ਬਟ ਉਹਨੂੰ ਆਪਣੇ ਆਲੇ ਦੁਆਲੇ ਕੋਈ ਵੀ ਨਜ਼ਰ ਨਹੀਂ ਆਉਂਦਾ। ਤੇ ਲਾਸਟ ਦੇ ਵਿੱਚ ਐਟ ਲਾਸਟ ਹੀ ਮਰਮਰਡ, ਮੂੰਹ ਚੋਂ ਕੀ ਨਿਕਲਦਾ ਹੈ? ਮਦਰ, ਦ ਹੌਲੀਡੇਜ਼ ਹੈਵ ਕਮ। ਉਹ ਕਹਿੰਦਾ, ਮੰਮੀ ਛੁੱਟੀਆਂ ਆ ਗਈਆਂ। ਤੇ ਇਸ ਦੇ ਨਾਲ ਹੀ ਬੱਚੋ ਉਹਦੀ ਡੈਥ ਹੋ ਜਾਂਦੀ ਹੈ। ਠੀਕ ਹੈ, ਤੇ ਬੱਚਾ ਵਿਚਾਰਾ ਦੇਖੋ ਕਿੰਨਾ ਸਫਰ ਕੀਤਾ ਹੈ ਨਾ। ਅੱਛਾ, ਹੁਣ ਪਿਆਰੇ ਬੱਚੋ, there is one activity for you. You have to match the words in column A with their opposites in column B. ठीक है, unanimously, timidly, futile, furious, fertile, earthly, important, exhausted, bequeath, despised, jeer. ठीक है, ਤੇ ਦੂਸਰੇ ਪਾਸੇ words ਹੈਗੇ ਹਨ applaud, liked, take or receive, invigorated, individually, boldly, useful, barren, calm, heavenly and potent. ठीक है, ਤੇ ਤੁਸੀਂ ਕੀ ਕਰਨਾ ਪਿਆਰੇ ਬੱਚੋ, ਇਹਨਾਂ ਦੇ ਆਪੋਜ਼ਿਟਸ ਜਿਹੜੇ ਹੈ, ਐਂਟੋਨਿਮਸ ਜਿਹੜੇ ਹੈਗੇ ਆ, ਉਹਨਾਂ ਨੂੰ ਉਹਨਾਂ ਦੇ ਨਾਲ ਮੈਚ ਕਰਨਾ ਹੈ। ਠੀਕ ਹੈ, ਕੋਸ਼ਿਸ਼ ਜ਼ਰੂਰ ਕਰਨੀ ਹੈ। ਓਕੇ, ਹੁਣ there is one more exercise for you. Put proper punctuation marks in the following passage and use capital letters wherever necessary. Beta, you know कि after every full stop the first letter will always be capital. ठीक है, ਇਹ ਗੱਲ ਤੁਸੀਂ ਧਿਆਨ ਰੱਖਣੀ ਹੈ। ਹੋਰ ਵੀ ਜਿੱਥੇ punctuation marks ਦੀ ਜ਼ਰੂਰਤ ਹੈਗੀ ਹੈ, ਤੁਸੀਂ ਵੇਖਣਾ ਕਿ ਕਿੱਥੇ ਕਿੱਥੇ ਲੱਗੇਗਾ। ਮੈਂ ਪੜ੍ਹ ਦਿੰਨੀ ਹਾਂ। The effect of books is twofold. Books preserve knowledge in time and spread it in space. Suppose, for example, that you think of an important idea or a beautiful poem. Unless you can write it down, your idea or poem will probably die. ठीक है, ਤੇ ਦੇਖੋ ਇਹ ਤੁਹਾਡੇ ਵਾਸਤੇ ਕਰ ਦਿੱਤਾ ਗਿਆ ਹੈਗਾ ਬੱਚੇ। ਪਹਿਲਾ ਜਿਹੜਾ ਲੈਟਰ ਹੈਗਾ ਦ, ਟੀ ਵੱਡਾ ਹੋ ਗਿਆ, ਬੁੱਕਸ ਤੋਂ ਬਾਅਦ ਕੌਮਾ, ਫੋਲਡ ਤੋਂ ਬਾਅਦ ਫੁੱਲ ਸਟਾਪ ਆਇਆ, ਫਿਰ ਬੁੱਕਸ ਦਾ ਬੀ ਵੱਡਾ ਹੋ ਗਿਆ। ਠੀਕ ਹੈ, ਉਸ ਤੋਂ ਬਾਅਦ ਸਪੇਸ ਤੋਂ ਬਾਅਦ ਫੁੱਲ ਸਟਾਪ, ਸਪੋਜ਼ ਦਾ ਐਸ ਵੱਡਾ ਹੋ ਗਿਆ, ਫਿਰ ਕੌਮਾ, ਫॉर एग्जांपल ਤੋਂ ਬਾਅਦ ਕੌਮਾ ਹੈਗਾ, ਉਸ ਤੋਂ ਬਾਅਦ ਸੈਮੀ ਕਾਲਮ ਹੈ ਪੋਇਮ ਤੋਂ ਬਾਅਦ, ਤੇ ਡਾਊਨ ਤੋਂ ਬਾਅਦ ਫਿਰ ਕੌਮਾ ਹੈ, ਤੇ ਲਾਸਟ ਦੇ ਵਿੱਚ ਫੁੱਲ ਸਟਾਪ ਹੈ। ਠੀਕ ਹੈ, ਆਈ ਹੋਪ ਕਿ ਇਹ ਚੀਜ਼ਾਂ ਤੁਹਾਨੂੰ ਸਭ ਨੂੰ ਪਤਾ ਹੋਣਗੀਆਂ, ਪੰਕਚੁਏਸ਼ਨ ਮਾਰਕਸ ਕਿੱਥੇ ਕਿਵੇਂ ਲਗਾਉਣੇ ਹੈ। ਹੁਣ ਯੂ ਹੈਵ ਅ ਪ੍ਰੋਨਾਂਸੀਏਸ਼ਨ ਪ੍ਰੈਕਟਿਸ ਆਲਸੋ। ਸੇ ਥੀਜ਼ ਵਰਡਸ ਅਲਾਊਡ ਆਫਟਰ ਮੀ। ਓਕੇ, sugar, tobacco, suit, numb, colleague, menu, career, alcohol, grammar, moan, cadre, climb, kernel, echo and women. Okay, so students, now there is a homework for you. You have to answer the following questions. Okay, I will read 3 questions for you and you all should try to answer these questions. So your first question is, what was the immediate reason for Fatik's departure from his uncle's house? ਫਤਿਕ ਦੇ ਆਪਣੇ ਅੰਕਲ ਦੇ ਘਰ ਨੂੰ ਛੱਡ ਕੇ ਜਾਣ ਦੇ ਪਿੱਛੇ ਇਮੀਡੀਏਟ ਜਿਹੜਾ ਰੀਜ਼ਨ ਹੈਗਾ ਉਹ ਕੀ ਸੀਗਾ? ਸੈਕਿੰਡ ਕੁਐਸਚਨ, ਵਾਈ ਡਿਡ ਬਿਸ਼ੰਬਰ ਸੈਂਡ ਫॉर ਹਿਸ ਸਿਸਟਰ? ਬਿਸ਼ੰਬਰ ਨੇ ਆਪਣੀ ਭੈਣ ਨੂੰ ਸੁਨੇਹਾ ਕਿਉਂ ਭੇਜਿਆ? ਐਂਡ ਵਾਟ ਵਰ ਫਤਿਕਸ ਲਾਸਟ ਵਰਡਸ? ਫਤਿਕ ਦੇ ਆਖਰੀ ਸ਼ਬਦ ਜਿਹੜੇ ਹਨ ਉਹ ਕੀ ਸੀ? ਠੀਕ ਹੈ ਸਟੂਡੈਂਟਸ, तो आई होप these questions are very easy for you ਐਂਡ ਸਾਰਾ ਦਾ ਸਾਰਾ ਚੈਪਟਰ ਜਿਹੜਾ ਬੱਚੇ ਤੁਸੀਂ ਪੜ੍ਹ ਲਿਆ ਹੈਗਾ। ਅਗਰ ਤੁਸੀਂ ਕਹਿੰਦੇ ਹੋ ਤਾਂ ਮੈਂ ਇੱਕ ਵਾਰੀ ਥੋੜ੍ਹਾ ਜਿਹਾ ਰੀਕੈਪਚੂਲੇਟ ਕਰ ਲੈਂਦੀ ਹਾਂ ਕਿ ਫਤਿਕ ਜਿਹੜਾ ਹੈ ਉਹ ਟੀਨੇਜਰ ਬॉय ਸੀਗਾ, ਆਪਣੇ ਘਰ ਦੇ ਵਿੱਚ ਬਹੁਤ ਖੁਸ਼ ਸੀਗਾ। ਉਹਦਾ ਇੱਕ ਛੋਟਾ ਭਰਾ ਸੀਗਾ ਮੱਖਣ, ਤੇ ਉਹਦੀ ਮਦਰ ਵੀ ਸੀਗੀ, ਬਟ ਉਹ ਬਹੁਤ ਸ਼ਰਾਰਤੀ ਸੀ, ਇਸ ਕਰਕੇ ਮਾਂ ਵੀ ਬਹੁਤ ਜ਼ਿਆਦਾ ਦੁਖੀ ਸੀ, ਉਹ ਵਿਚਾਰੀ ਵਿਡੋ ਔਰਤ ਸੀਗੀ। ਠੀਕ ਹੈ,
ਤੇ ਇੱਕ ਦਿਨ ਉਹਨਾਂ ਦੇ ਘਰ ਉਸਦਾ ਮਾਮਾ ਆਉਂਦਾ ਤੇ ਮਾਮਾ ਉਸ ਨੂੰ ਆਪਣੇ ਨਾਲ ਕਲਕੱਤਾ ਲੈ ਜਾਂਦਾ, ਬਟ ਉੱਥੇ ਉਸਦੀ ਮਾਮੀ ਜਿਹੜੀ ਹੈਗੀ ਆ ਉਸਦਾ ਬਿਲਕੁਲ ਵੀ ਖੁਸ਼ ਨਹੀਂ ਸੀ ਉਹਦੇ ਆਉਣ ਦੇ ਨਾਲ। ਉਸ ਨੂੰ ਬਹੁਤ ਜ਼ਿਆਦਾ ਬੇਇੱਜ਼ਤ ਕਰਦੀ ਹੈ, ਉਹਦੇ ਕਜ਼ਨਸ ਵੀ ਉਸਦੀ ਬਹੁਤ ਜ਼ਿਆਦਾ ਮਤਲਬ ਇਨਸਲਟ ਕਰਦੇ ਆ, ਠੀਕ ਹੈ। ਤੇ ਸਕੂਲ ਵਿੱਚ ਵੀ ਵਿਚਾਰੇ ਦੀ ਕੰਡੀਸ਼ਨ ਕੁਝ ਜ਼ਿਆਦਾ ਅੱਛੀ ਨਹੀਂ ਸੀਗੀ, ਕਿਉਂਕਿ ਵਿਚਾਰਾ ਪਿੰਡ ਤੋਂ ਆਇਆ ਸੀ, ਠੀਕ ਹੈ। ਪੜ੍ਹਨਾ ਲਿਖਣਾ ਉਹਨੂੰ ਇੰਨਾ ਖਾਸ ਆਂਦਾ ਵੀ ਨਹੀਂ ਸੀਗਾ, ਤੇ ਉਸ ਵਾਸਤੇ ਥੋੜਾ ਮੁਸ਼ਕਿਲ ਹੋ ਜਾਂਦਾ, ਠੀਕ ਹੈ। ਰੋਜ਼ ਉਸਨੂੰ ਸਕੂਲ ਵਿੱਚ ਝਿੜਕਾਂ ਵੀ ਪੈਂਦੀਆਂ ਸੀ, ਮਾਰ ਵੀ ਪੈਂਦੀ ਸੀ। ਦੇਖੋ ਵਿਚਾਰਾ ਘਰੋਂ ਵੀ ਪਰੇਸ਼ਾਨ ਹੀ, ਫਿਰ ਮਾਮਾ ਦੇ ਘਰ ਆਇਆ ਤੇ ਉੱਥੇ ਵੀ ਮਾਮੀ ਕੋਲੋਂ ਵਿਚਾਰੇ ਨੂੰ ਇੰਨੀਆਂ ਝਿੜਕਾਂ, ਇੰਨੀ ਮਾਰ ਪੈਂਦੀ ਸੀ, ਠੀਕ ਹੈ। ਉਸ ਤੋਂ ਬਾਅਦ ਜਦੋਂ ਸਕੂਲ ਜਾਂਦਾ ਸੀ ਤੇ ਸਕੂਲ ਵਿੱਚ ਵੀ ਟੀਚਰ ਜਿਹੜੇ ਹੈਗੇ ਉਹਨੂੰ ਚੰਗੀ ਉਹਨੂੰ ਥ੍ਰੈਸ਼ਿੰਗ ਦਿੰਦੇ ਸੀਗੇ, ਤੇ ਉਹਦੇ ਕਜ਼ਨਸ ਵੀ ਉਸਨੂੰ ਬਹੁਤ ਬੁਲੀ ਕਰਦੇ ਸੀ, ਕਲਾਸਮੇਟਸ ਵੀ ਉਸਨੂੰ ਬੁਲੀ ਕਰਦੇ ਸੀ। ਤੇ ਮਤਲਬ ਐਸ ਏਜ 'ਚ ਜਦੋਂ ਬੱਚੇ ਨੂੰ ਸਭ ਤੋਂ ਜ਼ਿਆਦਾ ਪਿਆਰ ਦੀ ਤੇ ਅਫੈਕਸ਼ਨ ਦੀ ਜ਼ਰੂਰਤ ਹੁੰਦੀ ਹੈ, ਉਹ ਵਿਚਾਰਾ ਇੰਨੇ ਮਤਲਬ ਮੁਸ਼ਕਿਲਾਂ ਹਾਲਾਤਾਂ ਦੇ ਵਿੱਚੋਂ ਗੁਜ਼ਰਿਆ ਸੀਗਾ, ਠੀਕ ਹੈ। ਤੇ ਇੱਕ ਦਿਨ ਜਦੋਂ ਉਸਨੂੰ ਮਤਲਬ ਘਰੋਂ ਵਾਪਸ ਆ ਰਿਹਾ ਸੀਗਾ, ਤੇ ਮਾਰ ਦੀ ਵਜ੍ਹਾ ਨਾਲ ਜਾਂ ਟੈਨਸ਼ਨ ਦੀ ਵਜ੍ਹਾ ਨਾਲ ਜਾਂ ਜਿਸ ਵੀ ਵਜ੍ਹਾ ਨਾਲ ਤੁਸੀਂ ਲਗਾ ਲਓ, ਉਸਨੂੰ ਬੁਖਾਰ ਚੜ੍ਹ ਜਾਂਦਾ ਹੈ ਤੇ ਉਸਨੂੰ ਲੱਗਦਾ ਕਿ ਮੇਰੀ ਮਾਮੀ ਬਹੁਤ ਪਰੇਸ਼ਾਨ ਹੋਏਗੀ, ਤੇ ਉਹ ਘਰ ਛੱਡ ਕੇ ਜਾਣ ਦੀ ਕੋਸ਼ਿਸ਼ ਕਰਦਾ ਹੈ, ਆਪਣੇ ਘਰ ਜਾ ਰਿਹਾ ਹੁੰਦਾ। ਬਟ ਮਾਮਾ ਜਦੋਂ ਉਸਨੂੰ ਲੱਭਣ ਦੀ ਕੋਸ਼ਿਸ਼ ਕਰਦਾ ਤੇ ਪੁਲਿਸ ਵਾਲੇ ਉਸਨੂੰ ਫੜ ਕੇ ਲੈ ਆਉਂਦੇ ਆ, ਠੀਕ ਹੈ। ਤੇ ਉਹ ਆਉਂਦਾ ਵਿਚਾਰਾ, ਬਹੁਤ ਬੁਰੀ ਹਾਲਤ ਹੁੰਦੀ ਹੈ, ਠੀਕ ਹੈ। ਫੀਵਰ ਉਹਦਾ ਬਹੁਤ ਜ਼ਿਆਦਾ ਹੁੰਦਾ 2-3 ਦਿਨ ਵਿੱਚ, ਤੇ ਵੈਸੇ ਉਹਦੀ ਕੰਡੀਸ਼ਨ ਬੜੀ ਕ੍ਰਿਟੀਕਲ ਹੋ ਜਾਂਦੀ ਹੈ, ਹੀ ਬਿਕੇਮ ਡਿਲੀਰੀਅਸ, ਠੀਕ ਹੈ। ਤੇ ਜਦੋਂ ਉਹਦੀ ਮੰਮੀ ਆਉਂਦੀ ਹੈ, ਉਹ ਆਪਣੀ ਮੰਮੀ ਨੂੰ ਵੀ ਪੁੱਛਦਾ ਕਿ ਮੰਮੀ ਕੀ ਛੁੱਟੀਆਂ ਪੈ ਗਈਆਂ, ਠੀਕ ਹੈ। ਤੇ ਫਾਈਨਲੀ ਕੀ ਹੁੰਦਾ, ਬੱਚੇ ਉਹਦੀ ਡੈਥ ਹੋ ਜਾਂਦੀ ਹੈ, ਠੀਕ ਹੈ। ਤੇ ਆਈ ਹੋਪ ਯੂ ਆਲ ਹੈਡ ਇੰਜੋਇਡ ਦਿਸ ਸੈਸ਼ਨ, ਤੇ ਤੁਹਾਨੂੰ ਇਹ ਚੈਪਟਰ ਵੀ ਬਹੁਤ ਜ਼ਿਆਦਾ ਅੱਛਾ ਲੱਗਿਆ ਹੋਏਗਾ। ਹੁਣ ਜਿਹੜੀ ਵੀ ਮਤਲਬ ਹੋਮ ਅਸਾਈਨਮੈਂਟ ਤੁਹਾਨੂੰ ਮਿਲੀ ਹੈ, you all have to do it, okay? So okay students, goodbye and take care.